कि भाई साईं दास जी ਜਿਹੜੇ ਡੱਲੇ ਪਿੰਡ ਵਿੱਚ ਆਪਣੇ ਸਹੁਰੇ ਘਰ ਵਿੱਚ ਰਹਿੰਦੇ ਸਨ ਤੇ ਉਹਨਾਂ ਦਾ ਜਿਹੜਾ ਆਪਣਾ ਜੱਦੀ ਪੁਸ਼ਤੀ ਪਿੰਡ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ, ਉਸ ਪਿੰਡ ਦਾ ਸਾਧ ਸੰਗਤ ਜੀ ਨਾਮ ਸੀ ਡਰੋਲੀ। ਭਾਈ ਕੀ ਡਰੋਲੀ ਉਹਨੂੰ ਫਿਰ ਕਹਿਣ ਲੱਗ ਪਏ। ਇਹ ਮਾਲਵੇ ਦੇ ਇਲਾਕੇ ਵਿੱਚ ਆ। ਉੱਥੋਂ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਤੇ ਗੁਰੂ ਪਿਆਰਿਓ ਸਾਰੇ ਇਕੱਠੇ ਹੋ ਕੇ ਡੱਲੇ ਪਿੰਡ ਵਿੱਚ ਗਏ ਤੇ ਉੱਥੇ ਜਾ ਕੇ ਭਾਈ ਸਾਈਂ ਦਾਸ ਜੀ ਨੂੰ ਬੇਨਤੀ ਕੀਤੀ, ਜੀ ਕਿਰਪਾ ਕਰੋ ਹੁਣ ਤੁਸੀਂ ਆਪਣੇ ਪਿੰਡ ਵੀ ਚੱਲੋ, ਉੱਥੋਂ ਦੀਆਂ ਸੰਗਤਾਂ ਦਾ ਵੀ ਪਾਰ ਉਤਾਰਾ ਕਰੋ। ਤੇ ਭਾਈ ਸਾਈਂ ਦਾਸ ਜੀ ਉੱਥੇ ਪਹੁੰਚੇ। ਸੰਗਤਾਂ ਨੇ ਭਾਈ ਸਾਹਿਬ ਨੂੰ ਧਰਮਸ਼ਾਲਾ ਉਦੋਂ ਜਿਹਨੂੰ ਅਸੀਂ ਅੱਜ ਕੱਲ੍ਹ ਫਿਰ ਗੁਰਦੁਆਰਾ ਸਾਹਿਬ ਕਹਿ ਦਿੰਦੇ ਹਾਂ, ਉਦੋਂ ਧਰਮਸ਼ਾਲਾ ਹੁੰਦੀ ਸੀ। ਧਰਮਸ਼ਾਲਾ ਦੇ ਨਾਲ ਭਾਈ ਸਾਈਂ ਦਾਸ ਜੀ ਨੂੰ ਇੱਕ ਕਮਰਾ ਦੇ ਦਿੱਤਾ ਵੀ ਤੁਸੀਂ ਇੱਥੇ ਆਪਣੇ ਪਰਿਵਾਰ ਸਮੇਤ ਰਿਹਾ ਕਰੋ। ਅੱਜ ਦੀ ਕਥਾ ਹੈ ਵੀ ਭਾਈ ਸਾਈਂ ਦਾਸ ਜੀ ਦੇ ਵਾਸਤੇ ਘਰ ਦੀ ਉਸਾਰੀ। ਭਾਈ ਸਾਈਂ ਦਾਸ ਜੀ ਦੇ ਪ੍ਰੇਮ ਦਾ ਤਾਂ ਪਾਰਾਵਾਰ ਸੀ ਹੀ ਨਹੀਂ, ਤੇ ਪਰ ਉਪਕਾਰ ਕਦੇ ਉਹਨਾਂ ਕੋਈ ਵੱਡੀ ਗੱਲ ਸਮਝ ਕੇ ਕੀਤਾ ਹੀ ਨਹੀਂ ਸੀ। ਉਪਕਾਰ ਕਦੇ ਉਹਨਾਂ ਕੋਈ ਵੱਡੀ ਗੱਲ ਸਮਝ ਕੇ ਕੀਤਾ ਹੀ ਨਹੀਂ ਸੀ। ਉਹ ਤਾਂ ਸਹਿਜ ਸੁਭਾਅ ਉਹਨਾਂ ਤੋਂ ਐਦਾਂ ਹੁੰਦਾ ਰਹਿੰਦਾ ਸੀ ਜਿੱਦਾਂ ਪਾਣੀ ਸੁਤੇ ਹੀ ਠੰਡਾ ਤੇ ਤਰੇ ਬੁਝਾਉਣ ਨੂੰ ਸਮਰੱਥ ਹੁੰਦਾ ਹੈ। ਆਪਣੇ ਆਪ ਵਿੱਚ ਉਹ ਸਾਈਂ ਸੱਚੇ ਦੀ ਲਿਵ ਵਿੱਚ ਪਰਮ ਉੱਚੇ ਪਦ 'ਤੇ ਟਿਕੇ ਰਹਿੰਦੇ ਸੀ। ਨਾਮ ਨਿਵਾਸ ਹਿਰਦੇ ਵਿੱਚ ਪਰਪੱਕ ਸੀ। ਤੀਸਰੇ ਉਹਨਾਂ ਦੀ ਸਾਫ਼ ਅਕਲ ਜਾਂ ਉੱਜਲ ਮੱਤ, ਉਹਨਾਂ ਦੇ ਪਾਸ ਐਸੀ ਅਮੋਲਕ ਦਾਤ ਸੀ ਜੋ ਉਹਨਾਂ ਦੇ ਜੀਵਨ ਨੂੰ ਜਗਿਆਸੂਆਂ ਲਈ ਚੰਦਰਮਾ ਦੀ ਚਾਂਦਨੀ ਵਾਂਗੂ ਚਾਨਣ ਦਾਤਾ ਬਣਾ ਰਹੀ ਸੀ। ਆਪ ਦਾ ਸੁਭਾਅ ਚਰਚਾਵਾਦ ਦਾ ਰਤੀ ਨਹੀਂ ਸੀ, ਪਰ ਜੇ ਕਦੇ ਕੋਈ ਖੋਜੀ ਸੱਚੀ ਖੋਜ ਕਰਦਾ ਆ ਗਿਆ ਤਦ ਪੂਰੀ ਨਿਸ਼ਾ ਖਾਤਰ ਕਰ ਦਿੰਦੇ ਸੀ। ਉਸ ਵੇਲੇ ਪਤਾ ਲੱਗਦਾ ਸੀ ਕਿ ਭਾਈ ਜੀ ਜੇ ਕਿਤੇ ਦਿੱਗ ਵਿਜੈ ਨੂੰ ਚੜ੍ਹ ਪੈਣ ਤਦ 4 ਕੁੰਟਾਂ ਵਿੱਚ ਵਿਜੈ ਪਾ ਕੇ ਆਉਣ, ਪਰ ਉਹ ਰਤਨ ਖਾਣੀ ਵਾਂਗੂ ਲੁਕਣਾ ਹੀ ਚੰਗਾ ਜਾਣਦੇ ਸੀ। ਭਾਵੇਂ ਲੁਕਦੇ ਪਰ ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥਿਆ। ਇਹ ਰਤਨ ਤਾਂ ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਗੁਰਵਾਕ ਅਨੁਸਾਰ ਪ੍ਰਗਟ ਹੋਏ ਬਿਨ ਰਹਿੰਦਾ ਹੀ ਨਹੀਂ ਹੈ। ਹੁਣ ਤੱਕ ਭਾਈ ਜੀ ਸਾਰੀ ਸਿੱਖੀ ਵਿੱਚ ਉਜਾਗਰ ਹੋ ਚੁੱਕੇ ਸੀ। ਕਰਨੀ ਵਾਲੇ ਹੋਣ ਕਰਕੇ ਜਪਣ ਤੇ ਜਪਾਣ ਵਾਲੇ ਪ੍ਰੇਮੀਆਂ ਸਿੱਖਾਂ ਵਿੱਚ ਆਪ ਦੀ ਗਿਣਤੀ ਹੁੰਦੀ ਸੀ। ਸਭ ਤੋਂ ਵਧੇਕ ਇਹਨਾਂ ਦੇ ਪਰਮ ਸਨੇਹ ਦੀ ਸਾਂਟ ਇਹ ਹੋ ਗਈ ਕਿ ਇਹ ਤਾਂ ਸਤਿਗੁਰਾਂ ਨੂੰ ਪ੍ਰੇਮ ਕਰਦੇ ਹੀ ਸੀ। ਸਤਿਗੁਰੂ ਜੀ ਇਹਨਾਂ ਨੂੰ ਇੰਨਾ ਪ੍ਰੇਮ ਕਰਦੇ ਸੀ ਕਿ ਜਿਸ ਦਾ ਪਾਰਾਵਾਰ ਨਹੀਂ ਹੈ। ਇਹਨਾਂ ਦੇ ਪ੍ਰੇਮ ਦੀ ਸੂਰਤ ਹੀ ਇਹ ਸੀ ਕਿ ਗੁਰੂ ਜੀ ਦੇ ਪ੍ਰੇਮ ਦੀ ਯੋਗਤਾ ਪ੍ਰਾਪਤ ਹੋਵੇ। ਇਹੋ ਸਿੱਖੀ ਦਾ ਅਸੂਲ ਹੈ। ਸੋ ਸਿਰੇ ਚੜ੍ਹ ਗਿਆ ਕਿ ਗੁਰੂ ਜੀ ਇਹਨਾਂ ਨੂੰ ਪਿਆਰ ਕਰਦੇ ਹਨ, ਪਰ ਸਿੱਖ ਦਾ ਕੀ ਹਾਲ ਹੈ? ਉਹ ਆਪਣੇ ਆਹਰ ਵਿੱਚ ਉਸੇ ਤਰ੍ਹਾਂ ਤਤਪਰ ਹੈ, ਉਸੇ ਤਰ੍ਹਾਂ ਦਾ ਪ੍ਰੇਮ ਹੈ, ਉਸੇ ਤਰ੍ਹਾਂ ਹੀ ਨਿਮਰਤਾ ਤੇ ਬ੍ਰਿਹ ਦਾ ਪ੍ਰਵਾਹ ਹੈ, ਉਹ ਅਦਬ, ਉਹ ਲਿਹਾਜ਼ ਹੈ। ਸਿੱਖ ਇਹ ਤਾਂ ਕਦੇ ਸ਼ੱਕ ਨਹੀਂ ਕਰਦਾ ਕਿ ਗੁਰੂ ਜਾਂ ਵਾਹਿਗੁਰੂ ਮੈਨੂੰ ਪਿਆਰ ਨਹੀਂ ਕਰਦੇ। ਉਹ ਨਿਸ਼ਚੇ ਜਾਣਦਾ ਹੈ ਕਿ ਮਾਲਕ ਮੈਨੂੰ ਪਿਆਰ ਕਰ ਰਿਹਾ ਹੈ। ਪਿਆਰ ਨਾ ਕਰਨ ਵਾਲੇ ਤਾਂ ਆਪ ਨੂੰ ਜਾਣਦੇ ਹਨ
साधन इहो करते हैं कि ऐसी योग्यता पावां जिस करके वाहिगुरू दे प्यार दा पात्र बना। अपनी करनी दी खेप नाल तां सिख तरने दा आसरा रखते ही हैं। अपनी करनी कर नरकहूँ न पावो ठौर, तुमरो बिरद को आसरो संभार हो। भाई गुरदास जी लिखते हैं कि जे वाहिगुरू जी मैं अपने अंदर अपने हिरदे विच झाती मारा, मेरे कर्म एवें दे ने भी मैनू नरकां दे विच भी ढोई ना मिले, मैं इन्ने भैड़े कर्म करदा, इन्नियां माड़ियां सोचां रखदा। पर जे वाहिगुरू जी तुहाडी किरपा हो जावे तो फिर तो वाहिगुरू जी तुहाडे चरनां विच ही समा जाइए। वो तो आप नूं परमेश्वर तो प्यार कीते गए, सुभाग प्रेम पात्र बनन लई ये टोहां टोलते हैं। मोह के बोलन बोलीए, जित सुन धरे प्यार। गुरमुख प्यारे अपने दिल विच ये सोचते भी इहो जिहा मूँह दे विचों किहड़ा जिहा बोल बोलीए जिन्हों वाहिगुरू जी प्यार दे नाल सुनन। जी को इस्त्री अपने पति दे प्रेम दी पात्र बनन वास्ते तरले लैंदी है। पति नूं पति ते निज नूं नारी तां पहले जानदी है। खाण पाण वस्त्र संसारक लोड़ां दी पूर्ति दा तां सब पति दी कृपालता ते प्रेम दी दात जानदी है। पर सच्ची इस्त्री दाते दे स्वरूप विच वासा पाउणा चाहुंदी है। उस दी लालसा विच हुंदी है कि पति नूं प्यारी होवां, उस दे प्रसन्न करने निमित्त वो गल्लां टोलदी है जो पति नूं प्रसन्न करदियां हन। वो अखीर रज़ा दी पिटारी लभ लैंदी है ते सुघड़ हो के इसे दियां कारां करदी सौह प्यारी हो जाती है। इसे तरह भाई जी सतगुरां नाल प्रेम कर रहे हैं, प्रेमी बन के नहीं पर निज नूं सतगुरां दे प्रेम पात्र बनाने दे करतवां नाल। सतगुर दयाल मूर्ति हुण इन्हां वल आत्म खिच खांदे हन, अपने अंतर स्वरूप नाल आत्मक प्रेम करते हैं। इन्हां नूं इहो कार ओह धुन वाहिगुरू दी रज़ा सतगुरां दा भाणा सिर ते है। दिन रात वाहिगुरू दी याद दे मंडल विच खेडते हैं, उस नाम विच हन जो अमृत रूप रस रूप है। नाम महारस पी जिसनूं किया है सो पी रहे हैं। इस तरह कुछ काल जीवन बिताया, सतसंग दा प्रवाह हद बन्ने तोड़ के कांगां लै आया। धर्मशाले हुण आसा दी वार वेले खड़ोण नूं थां नहीं मिलती। घर घर गुरु गुरु हो रही है। पिंड दे बहुते जीवन वाहिगुरू जी दे प्रेम भजन बंदगी उच्च जीवन वाल झुक पे हैं। सेवा आ गई है, सेवा आई तो आलस नसिया। उद्यम दे डेरे आ गए, उद्यमी लई अरोगता हाथ बद्धी अगे पिछे पई फिरती है। जो पुरख अरोग है सोई सारे काम ठीक तरह नाल कर सकता है। रोगी हो के परमेश्वर दियां मंजिलां दा तुरना भी किहड़ा सौखा है। इसका ये अर्थ नहीं है कि भगत जन बीमार होण तां वाहिगुरू दी प्रीत दे मंडल विचों निकाला पा जाते हैं। पर यह कि अर्थ परमार्थ दे सारे कामां लई अरोग होना बड़ा जरूरी मामला है। श्री गुरु ग्रंथ साहिब जी फरमाते ने, जब लग जरा रोग नहीं आया। हे भाई, जदों तक अजे तेरे उत्ते बुढ़ेपा नहीं आया,
तैनू कोई रोग नहीं लगा। जब लग काल ग्रसी नहीं काया, जदों तक मौत ने तेरा ये शरीर नहीं खाधा। जब लग बिकल भई नहीं बानी, जिन्ना चिर तक तेरी बाणी, तेरियां गल्लां बातां, तेरी जुबान जिन्ना चिर थिड़कण नहीं लगी, जिन्ना चिर तू चंगा बोल सकदा। भज ले रे मन सारिंग पानी, उस वाहिगुरू जी नूं तू उन्ना चिर भज, वाहिगुरू जी नूं याद कर। जे समा लंघ गया अब ना भजस, भजस कब पाई, आवे अंत ना भजिया जाई। जे तू वाहिगुरू जी का हुण सिमरन नहीं करेगा, फिर तू वाहिगुरू जी का सिमरन कदों करेगा? जदों मौत आ जाएगी उदों रब जी का नाम जपेगा, उदों तो तेरे कोल समा ही नहीं होना। तां करके जिन्ना चिर तेरा शरीर ठीक ठाक आ, तेरे शरीर नूं कोई रोग नहीं लगा, जिन्ना चिर तैनूं मौत नहीं आ जाती, जिन्ना चिर तू मर नहीं जाता, अजे किहड़ा तू मर गया भी रब का सिमरन नहीं कर सकता। जिन्ना चिर तेरी जुबान ठीक ठाक चलदी आ, चंगियां भलियां गल्लां कर लैंदा है, इस जीभ दे नाल वाहिगुरू जी दे गुण गाया कर। तो जदों आ गया आखिरी समा, उदों फिर वाहिगुरू जी दे गुण किवें गावेंगा? उदों परमात्मा जी का सिमरन किवें करेगा? फिर तेरे कोलों परमात्मा का सिमरन होवेगा नहीं, फिर ते तेरी जुबान ही नहीं चलनी, फिर ते तेरे कोलों बोलिया ही नहीं जाना। भजन सिमरन लई अरोगता एक अजीब वत्तर का वक्त होंदा है। जिमें पहली वत्तर आई होंदी ते आपां बीज दिंदे आ ना, इस तरह जे साडा शरीर अरोग आ, समझो रब जी का नाम बीजण दे वास्ते वत्तर आई हुई है। इसे करके प्यारे सतगुरां ने शरीरक सेवा का असूल, शरीर की अरोगता का मुख साधन पहले रखा है। पूरी नींद करके अमृत वेले का जागना, ये ताई गुरु साहब ने सारे निजम बनाए भी टाइम नाल सोवो, टाइम नाल उठो। पूरी नींद करके अमृत वेले का जागना, संजम का खाना। ये नहीं भी रात को इन्ना ज़्यादा खा के सौ जाएगी भी सवेरे उठिया ही ना जाए। संजम का खाना, सेवा करनी, शुद्ध शरीर बख्श दे ते नालों नाल मन नूं शुद्ध करते हैं। अंदरों भी शुद्ध रहना, मन भी साफ रखना, बाहरों भी साफ सुथरे रहना। भाई जी ने सब तो पहले सेवा का मुढ़ काम सिखां विच प्रचार कर दिता। वो सेवा जो सिੱਖੀ विच विहत है, निरी सेवा, फोकी सेवा, हौमे विच गरजां लई कीती सेवा, दिखावे लई सेवा, मन की सफाई लई कुछ अर्थ नहीं रखती। गुरु की सेवा, गुरु के ध्यान की सेवा, गुरु नमित सेवा, सिमरन ते बाणी विच लग के सेवा, गुरमुख सतसंग प्राप्त हो के सेवा, गुरमुख सेवा ते अंत गुरु ते परमेश्वर की सफल सेवा है। उद्यम आ गया, शरीर अरोग ते मन सावधान हो गया है। हुण ऐओं धरती तैयार करके भाई जी देन दे सुभाव दे सुहागे फेर फेर के बाणी ते नाम दे बूटे लाउण लगे। अपना पिंड तां सौरिया ही, लाग लाग दे पिंडां विच सिੱਖੀ दा प्रवाह ठाठा मारन लगा। दूर दूर तो प्रेमी मिलन वास्ते आउण लगे। इन्हां सारियां गल्लां दा ये असर पिया कि धर्मशाल विच थां तंग हो गई। मुश्किल हो गया कि इत्थे सारा निर्वाह तुर सके,
संगत ज़्यादा आउण लग पई। गुरुद्वारा छोटा सी। हुण भाई जी नूं ख्याल आया कि अपने रहण लई एक घर उसारिया जावे, जिस विच उन्हां दा ते बाहरों आए गए सिख संगतां दा निर्वाह हो सके, ते धर्मशाला विच केवल सतसंग दा कारज होवे। भाई साईं दास जी ने सोचिया भी मैं धर्मशाला दे विच ना रवां, मेरे रहण वास्ते घर अलग होवे, धर्मशाला विच सिर्फ सतसंग ही होवे। तद तां थाओ दीवान लई पूरी हो सके, नहीं तां जे छोटा दलान ते कोठड़ियां परौणियां नाल भरियां रहण ते किसे वेले वड्डा दीवान स्थान भी खाली ना रहे, तद ये गल कठिन है कि सतसंग दा दीवान सौख नाल हो सके। ये विचार के भाई जी ने अपने पुराने घर नूं जो चिरुकना ढह चुका होया सी, होर भों नाल रला के उसारना शुरू किया। जिहड़ा भाई साईं दास जी का पहला घर सी, जिन्हों असीं अज दे समय च कहते हैं मॉडिफाई करना, ਉਹਦੀ ਥਾਂ ਤੇ नवां बनाओ, पुराना हो गया ज़्यादा, नाले थोड़ा जिहा होर वड्डा कर लईए, अपना घर अलग बना लईए, ते धर्मशाल विच क्योंकि संगत ज़्यादा आउंदी है। ये गुरुद्वारा साहिब असीं तां ही वड्डे करदे आ, संगत ज़्यादा आउंदी आ। इत्थे जां पता नहीं तुहाडे च रुचि है नहीं है, मैनूं चेता आ जांदा सन 2009 ਦੇ ਵਿੱਚ लगभग अज तो 11 ਕੁ साल ਪਹਿਲਾਂ चंगा भला ड्यूटी करदियां गुरुद्वारा श्री दरबार साहिब खडूर साहिब विखे सवेर शाम कथा प्रचार करया करना। एक दिन मेरे मन में ख्याल आया भी मना इक्को थां ते कथा प्रचार करी जाना, छड्ड ड्यूटी ते चल पिंडां थावां च घुम्मण। वो खडूर साहिब तो ड्यूटी छड्ड दित्ती, मैं भी चलो पिंडां च जाके कथा प्रचार करिए। तो उधर माझे के इलाके च लोगों ने इन्ना रिस्पोंस दिता, जेड़े पिंड में जाना उन्होंने अनाउंसमेंट करना भी चलो साध संगत जी आओ तुहानूं कथा सुनाइए, फिर जिहड़ी कथा तुसीं कहो ओहो ही सुनाइए, जो तुहाडे मन में सवाल होवे तुहानूं ओहो ही समझाइए। किसी ने कुछ पुछना, किसी ने कुछ पुछना, सारा ही मैं सारा ही गुरुद्वारा साहिब भर जाना, जिन्ना भी गुरुद्वारा इन्नी संगत आउणी, माझे के इलाके च इन्नी रुचि आ, सारा ही गुरुद्वारा साहिब भर जाना। उस तो बाद फिर जिहड़ा गुरुद्वारे साहिब का बाहर खाली थां होना वो भी भर जाना। इन्नी ज़्यादा जिहड़ा संगत आया करनी भी चलो गुरु साहिब जी की कथा सरवण करिए। रहो विचार भाई साईं दास जी ये गुरुद्वारा साहिब तां ही वड्डे कीते जांदे आ। जिवें आपां हुण नवां गुरुद्वारा साहिब बना रहे हैं, वैसे इहदा असल कारण यह है भी जिहड़ा छोटा गुरुद्वारा साहिब ना आ जिहड़ा वा ये ज़्यादा भर जाता वा, ये व्यंग कह लो इनू एक भी ये ज़्यादा भर जाता वा, इत्थे तुहाडे कोलों बैठिया ही नहीं जाता, तुसीं पिंड दे लोकी ज़्यादा हो, थां थोड़ी आ, तां करके हुण होर ज़्यादा वड्डा कर दिता भी तुसीं खुले डुले चंगी तरह विच बैठ सको। पर वेखण विच पता की आउंदा, पिंडां विच वड्डे वड्डे गुरुद्वारा साहिब वड्डे वड्डे दीवान बने, दीवान हाल बने ने, ते संगत बहुत घट आउंदी आ। दिनों दिन रुचि साडे चों घटदी जांदी आ। पहले समय विच गुरुद्वारे कच्चे हुंदे सी, सिख पक्के पक्के नेम दे, मीह आवे हनेरी आवे गुरु घर विच हाज़र होना ही होना। अज दे समय विच जां असीं ऐतवारीए सिख हो गए हैं, ऐतवार ही जाना, जां असीं संगरांदीए सिख हो गए हैं भी बस संगरांद वाले दिन ही जाना, तो जां किसी मेले मस्सिया ते। गुरुद्वारे सारे इक्को ही हुंदे ने, ये नहीं भी किते लांभे जाके मत्था टेकोगे तो उत्थे शायद कोई होर रब आ, सारा कुछ इत्थे ही है। रहो विचार। तो साध संगत जी गुरमुख प्यारे अजे तक हैरान होणगे कि भाई जी का निर्वाह की कूं हुंदा सी। हुण सौरा घर तां छड्ड आए हन कि जिथे भाई जी नूं खर्च खबल दी रता परवाह नहीं सी। हाँ उंज उत्थे वो कार विच भी हथ वटाउंदे हुंदे सन। कार दा अर्थ हुंदा काम। इत्थे आके की पूजा दे धन ते निर्वाह हो रहे हैं, और हुण पूजा दा धन संच के महल माड़ियां बनन लगियां हैं।
ਕੀ ਇਹ ਹੁਣ ਲੋਕਾਂ ਦਾ ਚੜਾਵਾ ਵਾ? ਭਾਈ ਸਾਹਿਬ ਨੂੰ ਲੋਕੀ ਮਾਇਆ ਦਿੰਦੇ ਸੀ ਜਿਹਦੇ ਨਾਲ ਉਹਨਾਂ ਦਾ ਗੁਜ਼ਾਰਾ ਚੱਲਦਾ ਵਾ? ਕਿ ਉਹਨਾਂ ਨੇ ਲੋਕਾਂ ਕੋਲੋਂ ਪੈਸੇ ਲੈ ਲੈ ਕੇ ਪੂਜਾ ਦਾ ਧਨ ਇੰਨਾ ਜ਼ਿਆਦਾ ਇਕੱਠਾ ਕਰ ਲਿਆ ਵਾ ਵੀ ਆਪਣੇ ਵਾਸਤੇ ਹੁਣ ਮਹਿਲ ਮਾੜੀਆਂ ਬਣਾਉਣਗੇ? ਨਹੀਂ ਮਿੱਤਰ ਜੀ, ਉਹਨਾਂ ਦੀ ਆਪਣੀ ਭੌਂ ਪੈਲੀ ਚੋਖੀ ਡਰੋਲੀ ਵਿੱਚ ਸੀ। ਉਹਨਾਂ ਦੀ ਜ਼ਮੀਨ ਸੀ ਕਾਫੀ ਸਾਰੀ, ਜਿਸ ਦੀ ਕਮਾਈ ਅੱਜ ਤੱਕ ਇਕੱਠੀ ਹੀ ਹੁੰਦੀ ਰਹੀ ਸੀ। ਉਹ ਸਾਰੇ ਪੈਸੇ, ਜਿਹਨੂੰ ਕਹਿ ਲਓ ਵੀ ਜਿਵੇਂ ਪੈਲੀ ਦਾ ਠੇਕਾ ਕਹਿ ਲਓ, ਭਾਈ ਸਾਈਂ ਦਾਸ ਜੀ ਦੀ ਜ਼ਮੀਨ ਸੀ, ਉਹ ਇਕੱਠੇ ਹੁੰਦੇ ਰਹੇ ਸੀ, ਕਦੇ ਉਹਨਾਂ ਨੇ ਵਰਤੇ ਨਹੀਂ ਸੀ। ਤਾਂ ਗੁਰੂ ਪਿਆਰਿਓ, ਉਹਨਾਂ ਦੀ ਆਪਣੀ ਭੌਂ ਪੈਲੀ ਚੋਖੀ ਡਰੋਲੀ ਵਿੱਚ ਸੀ, ਜਿਸ ਦੀ ਕਮਾਈ ਅੱਜ ਤੱਕ ਇਕੱਠੀ ਹੀ ਹੁੰਦੀ ਰਹੀ ਸੀ। ਉਸ ਉੱਤੇ ਹੀ ਸੰਚਿਆ ਧਨ ਆਪਣੇ ਆਪ ਹੀ ਇਕੱਠਾ ਹੁੰਦਾ ਗਿਆ। ਘਰ ਪਰ ਲਗਾਉਣ ਲੱਗੇ ਹਨ, ਅਰ ਹੁਣ ਜੋ ਪੈਲੀ ਬੰਨੇ ਤੋਂ ਨਫੇ ਦਾ ਆ ਜਾਂਦਾ ਹੈ, ਉਸ ਪਰ ਆਪਣਾ ਨਿਰਵਾਹ ਤੋਰਦੇ ਹਨ। ਧਰਮਸ਼ਾਲਾ ਦੀ ਜੋ ਚੜ੍ਹਤ ਦੀ ਆਮਦਨ ਹੈ, ਉਹ ਸਾਧ ਸੰਗਤ ਦੀ ਸੇਵਾ ਤੇ ਧਰਮਸ਼ਾਲ ਦੇ ਖਰਚਾਂ ਵਿੱਚ ਲੱਗਦੀ ਹੈ। ਜਦੋਂ ਅੰਨ ਬਸਤਰ ਦੇ ਨਿਰਵਾਹ ਲਈ ਆਪਣਾ ਧਨ ਆ ਜਾਂਦਾ ਹੈ, ਤਾਂ ਉਹ ਨਿਰਵਾਹ ਮਾਤਰ ਵੀ ਧਰਮਸ਼ਾਲ ਵਿੱਚੋਂ ਨਹੀਂ ਲੈਂਦੇ, ਤੇ ਧਰਮਸ਼ਾਲ ਦੀ ਇੱਕ ਕੋਠੜੀ ਵੀ ਆਪਣੇ ਨਿਵਾਸ ਲਈ ਸਾਧ ਸੰਗਤ ਜੀ ਨਹੀਂ ਵਰਤਣੀ ਚਾਹੁੰਦੇ। ਉਹ ਤੋਂ ਗੁਰਮੁਖ ਪਿਆਰਿਓ ਨਾ ਭਾਈ ਸਾਈਂ ਦਾਸ ਜੀ, ਉਹ ਚਾਹੁੰਦੇ ਵੀ ਮੈਂ ਸੇਵਾ ਕਰਾਂ ਤੇ ਧਰਮਸ਼ਾਲਾ ਦੀ ਮੈਂ ਕੋਠੜੀ ਵੀ ਨਾ ਵਰਤਾਂ, ਭਾਵ ਮੈਂ ਧਰਮਸ਼ਾਲਾ ਦੇ ਵਿੱਚ ਆਪਣੀ ਘਰ ਵਾਲੀ ਨੂੰ ਲੈ ਕੇ ਇੱਥੇ ਰਵਾਂ ਵੀ ਨਾ, ਮੈਂ ਕਿਸੇ ਤੇ ਬੋਝ ਨਾ ਬਣਾ। ਭਾਈ ਸਾਈਂ ਦਾਸ ਜੀ ਇਸ ਤਰ੍ਹਾਂ ਸੋਚਦੇ, ਉਹ ਵਰਤਣੀ ਨਹੀਂ ਚਾਹੁੰਦੇ। ਅੱਜ ਦੇ ਸਮੇਂ ਵਿੱਚ ਖੈਰ ਸਿਸਟਮ ਹੁਣ ਚੇਂਜ ਹੋਇਆ। ਸਾਡੇ ਸ਼੍ਰੋਮਣੀ ਕਮੇਟੀ ਵਿੱਚ ਵੀ ਜਿੰਨੇ ਵੀ ਮੁਲਾਜ਼ਮ, ਚਾਹੇ ਮੈਂ ਆ, ਚਾਹੇ ਉਹ ਭਾਈ ਅਵਤਾਰ ਸਿੰਘ ਹੁਣੀ ਸਾਡੇ ਸੇਵਾਦਾਰ, ਜਿੰਨੇ ਵੀ ਲੋਕ ਇੱਥੇ ਰਹਿੰਦੇ ਆ ਨਾ, ਬਕਾਇਦਾ ਉਹ ਸਾਰੇ ਕਮਰਿਆਂ ਦਾ ਕਿਰਾਇਆ ਦਿੰਦੇ ਆ। ਬਕਾਇਦਾ ਬਿਜਲੀ ਦਾ ਅਲੱਗ ਤੋਂ ਖਰਚਾ ਹੁੰਦਾ, ਕਮਰੇ ਦਾ ਕਿਰਾਇਆ ਸਾਨੂੰ ਅਲੱਗ ਦੇਣਾ ਪੈਂਦਾ। ਇਹ ਨਹੀਂ ਕੋਈ ਐਵੇਂ ਨਹੀਂ ਵੀ ਕੋਈ ਬੋਝ ਬਣੇ ਬੈਠੇ ਆ ਜਿਹੜੇ, ਇਹ ਬਕਾਇਦਾ ਸਾਰੇ ਨਿਯਮ ਬਣੇ ਹੋਏ ਨੇ, ਪੁਰਾਣੇ ਸਮੇਂ ਤੋਂ ਵੇਖੋ ਚੱਲਿਆ ਆਉਂਦਾ। ਭਾਈ ਸਾਈਂ ਦਾਸ ਵੇਖੋ ਉਹ ਕਿਸ ਤਰ੍ਹਾਂ ਸੋਚਦੇ ਆ। ਕਹਿਣ ਨੂੰ ਤਾਂ ਆਪਾਂ ਕਹਿ ਸਕਦੇ ਹਾਂ ਵੀ ਭਾਈ ਸਾਹਿਬ ਸੰਗਤ ਨੂੰ ਕਥਾ ਸੁਣਾਉਂਦੇ, ਵਿਚਾਰ ਸੁਣਾਉਂਦੇ, ਨਾਮ ਜਪਾਉਂਦੇ ਆ, ਤੇ ਭਾਈ ਸਾਈਂ ਦਾਸ ਜੀ ਧਰਮ ਗੁਰਦੁਆਰੇ ਦੇ ਵਿੱਚ ਹੀ ਰਹਿਣਗੇ। ਪਰ ਭਾਈ ਸਾਹਿਬ ਕਹਿੰਦੇ ਨਹੀਂ, ਇਹ ਵੀ ਇੱਕ ਪ੍ਰਕਾਰ ਦਾ ਸੰਗਤ ਤੇ ਬੋਝ ਆ, ਮੈਂ ਧਰਮਸ਼ਾਲਾ ਦੇ ਵਿੱਚ ਨਹੀਂ ਰਹਿਣਾ। ਸੋ ਘਰ ਦੇ ਉਸਾਰਨ ਵਿੱਚ ਬਹੁਤ ਉਤਾਵਲੇ ਹੋ ਕੇ ਲੱਗੇ ਹਨ। ਉਤਾਵਲੇ ਮੀਨਜ਼ ਵੀ ਛੇਤੀ ਛੇਤੀ ਜਿਹੜਾ ਘਰ ਆ ਉਹਦੀ ਉਸਾਰੀ ਕਰ ਦਈਏ। ਇਸ ਕੰਮ ਦੇ ਵਿੱਚ ਭਾਈ ਸਾਈਂ ਦਾਸ ਜੀ ਲੱਗੇ ਹੋਏ ਹਨ, ਕਿਉਂਕਿ ਉਹਨਾਂ ਦੀ ਜ਼ਮੀਨ ਵੀ ਆ, ਉਹਨਾਂ ਦੇ ਕੋਲ ਰੁਪਇਆ ਪੈਸਾ ਧਨ ਦੌਲਤ ਵੀ ਆ, ਤੇ ਸਾਧ ਸੰਗਤ ਜੀ ਬਹੁਤ ਉਤਾਵਲੇ ਹੋ ਕੇ ਲੱਗੇ ਨੇ। ਔਰ ਇਹਨਾਂ ਦਿਨਾਂ ਵਿੱਚ ਹੀ ਇਮਾਰਤ ਕਿਤੇ ਦੀ ਕਿਤੇ ਲੈ ਗਏ ਹਨ, ਛੇਤੀ ਹੀ ਉਸਾਰੀ ਸ਼ੁਰੂ ਹੋ ਗਈ। ਘਰ ਦੀ ਉਸਾਰੀ ਕਾਹਦੀ ਲੱਗੀ? ਚਿੱਤ ਵਿੱਚ ਪ੍ਰੇਮ ਨੇ ਇੱਕ ਹੋਰ ਅੱਗ ਸੁਲਗਾ ਦਿੱਤੀ। ਅਜੇ ਘਰ ਬਣਿਆ ਵੀ ਨਹੀਂ ਆ, ਭਾਈ ਸਾਹਿਬ ਦੇ ਮਨ ਵਿੱਚ ਇੱਕ ਹੋਰ ਅੱਗ ਸੁਲਗ ਗਈ। ਸੁਲਗ ਦਾ ਮਤਲਬ ਹੁੰਦਾ ਵਾ ਹੌਲੀ ਹੌਲੀ ਧੂੰਆਂ ਉੱਠਣਾ। ਜਦੋਂ ਕਿਧਰੇ ਅੱਗ ਬਾਲਦੇ, ਤੇ ਜਦੋਂ ਪੁਰਾਣੇ ਸਮੇਂ 'ਚ ਤਾਂ ਅੱਗ ਬੁਝਦੀ ਨਹੀਂ ਸੀ ਘਰਾਂ ਦੇ ਵਿੱਚੋਂ, ਸਦਾ ਹੀ ਅੱਗ ਬਲਦੀ ਰਹਿੰਦੀ ਸੀ। ਬਸ ਉਹਨੂੰ ਨੱਪ ਦਿੰਦੇ ਸੀ ਰਾਤ ਨੂੰ ਲੋਹ ਦੇ 'ਚ, ਸਵੇਰੇ ਉੱਠ ਕੇ ਉਹਨੂੰ ਫੂਕ ਮਾਰਨੀ, ਅੱਗ ਨੇ ਫਿਰ ਬਲ ਪੈਣਾ। ਜੇ ਅੱਗ ਨਾ ਹੋਣੀ, ਗੁਆਂਢ ਵਿੱਚੋਂ ਬਲਦੀ ਹੋਈ ਅੱਗ ਦੀ ਪਾਥੀ ਗੋਹਾ ਲੈ ਆਉਣਾ, ਉਹਨੂੰ ਰੱਖ ਕੇ ਉਹਦੇ ਉੱਤੇ ਕੱਖ ਕਣ ਰੱਖ ਕੇ ਫੂਕਾਂ ਮਾਰਨੀ, ਅੱਗ ਉਹਦੇ 'ਚੋਂ ਪ੍ਰਗਟ ਹੋ ਜਾਣੀ। ਇਹਨੂੰ ਕਹਿੰਦੇ ਅੱਗ ਦਾ ਸੁਲਗਣਾ। ਤਾਂ ਇਸ ਤਿੱਖੀ ਚਾਹ ਨੇ, ਚਾਹ ਦਾ ਮਤਲਬ ਉਹ ਨਹੀਂ ਜਿਹੜੀ ਅਸੀਂ ਪੀਂਦੇ ਹਾਂ, ਚਾਹ ਦਾ ਅਰਥ ਹੈ ਇੱਛਾ, ਡਿਜ਼ਾਇਰ, ਖਾਹਿਸ਼, ਲਾਲਸਾ, ਕਾਮਨਾ। ਇਹ ਉਹ ਚਾਹ ਹੈ। ਇਸ ਤਿੱਖੀ ਚਾਹ ਨੇ ਇਹ ਸ਼ੌਂਕ ਪਾ ਦਿੱਤਾ ਕਿ ਘਰ ਬਹੁਤ ਸੁੰਦਰ ਬਣੇ। ਗੱਲ ਕੀ, ਵਰ੍ਹਿਆਂ ਬੱਧੀ ਜੋ ਧਨ ਇਕੱਠਾ ਹੋਇਆ ਸੀ, ਉਹ ਸਾਰਾ ਹੀ ਇਮਾਰਤ ਪਰ ਲੱਗ ਰਿਹਾ ਹੈ। ਭਾਈ ਸਾਹਿਬ ਚਾਹੁੰਦੇ ਵੀ ਘਰ ਵਿੱਚ ਕੋਈ ਕਮੀ ਪੇਸ਼ੀ ਨਹੀਂ ਰਹਿਣ ਦੇਣੀ। ਘਰ ਬਣਾਉਣਾ ਤੇ ਬਹੁਤ ਸੋਹਣਾ ਬਣਾਉਣਾ। ਜਦ ਇਮਾਰਤ ਲਾਈ ਸੀ ਤਾਂ ਖਿਆਲ ਸੀ, ਮਾਰ ਕੰਡੇ ਤੇ ਕੋ ਅਧਿਕਾਈ,
ਜਿਨ ਤ੍ਰਿਣ ਧਰ ਮੂੰਡ ਬਲਾਏ। ਜਦੋਂ ਭਾਈ ਸਾਹਿਬ ਜੀ ਘਰ ਬਣਾਉਣ ਲੱਗੇ ਸੀ ਨਾ, ਉਦੋਂ ਮਨ ਵਿੱਚ ਇਹ ਖਿਆਲ ਆਇਆ ਸੀ ਮਾੜਾ ਜਿਹਾ ਬਣਾ ਲੈਂਦੇ ਹਾਂ, ਥੋੜ੍ਹਾ ਜਿਹਾ ਘਰ ਬਣਾ ਲੈਂਦੇ ਹਾਂ। ਜਿਵੇਂ ਇੱਥੇ ਮਾਰਕੰਡੇ ਰਿਸ਼ੀ ਦਾ ਜ਼ਿਕਰ ਆਇਆ ਨਾ, ਉਹ ਸ਼ਾਹਬਾਦ ਮਾਰਕੰਡਾ, ਉਸ ਇਲਾਕੇ ਵਿੱਚ ਇੱਕ ਰਿਸ਼ੀ ਰਹਿੰਦਾ ਸੀ। ਉਹਨੇ ਆਪਣੀ ਸਾਰੀ ਜ਼ਿੰਦਗੀ ਕਿਵੇਂ ਬਤੀਤ ਕੀਤੀ? ਵਿਦਵਾਨਾਂ ਦਾ ਮੰਨਣਾ ਵੀ ਉਹਨੇ ਆਪਣੇ ਸਿਰ ਦੇ ਉੱਤੇ ਬਸ ਇੱਕ ਨਿੱਕੀ ਜਿਹੀ ਝੌਂਪੜੀ, ਨਿੱਕੀ ਜਿਹੀ ਛੱਤ ਬਣਾਈ ਸੀ ਵੀ ਸਿਰ ਹੀ ਢਕਣਾ ਵਾ। ਉਹ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਕੱਢ ਦਿੱਤੀ। ਪਹਿਲਾਂ ਤਾਂ ਭਾਈ ਸਾਹਿਬ ਨੇ ਸੋਚਿਆ ਵੀ ਇੱਦਾਂ ਕਰਦੇ ਹਾਂ ਕਿ ਮਾੜਾ ਜਿਹਾ ਮਕਾਨ ਬਣਾ ਲੈਂਦੇ ਹਾਂ, ਪਰ ਜਦ ਬਣੀ ਤਾਂ ਇੱਕ ਅਤ ਸੁੰਦਰ ਪੱਕਾ ਮਹਲ ਬਣ ਗਿਆ। ਕੀ ਇਹ ਉਹ ਭੁਲਾਵਾ ਸੀ ਜੋ ਅਕਸਰ ਘਰਾਂ ਉਸਾਰਨ ਵਾਲਿਆਂ ਨੂੰ ਪੈ ਜਾਂਦਾ ਹੈ ਜਾਂ ਮਿਸਤਰੀਆਂ ਵੱਲੋਂ ਪਾਇਆ ਜਾਂਦਾ ਹੈ? ਅਰਥਾਤ ਉਸਾਰੀ ਲਾਈ ਦੀ ਹੈ ਕਿਸੇ ਤਖਮੀਨੇ ਦੀ ਤੇ ਬਣ ਕਿਸੇ ਖਰਚ 'ਤੇ ਜਾਂਦੀ ਆ। ਆਪਣੀ ਵੱਲੋਂ ਤਾਂ ਸੋਚੀਦਾ ਵੀ ਚਲੋ ਥੋੜ੍ਹੇ ਜਿਹੇ ਪੈਸੇ ਲਾ ਕੇ ਘਰ ਬਣਾ ਲਾਂਗੇ, ਜਦੋਂ ਫਿਰ ਬਣਾਉਣ ਲੱਗੀ ਦਾ ਇਹ ਵੀ ਬਣਾ ਦਿਓ, ਇਸ ਤਰ੍ਹਾਂ ਵੀ ਕਰ ਦਿਓ, ਜਿਉਂ ਫਿਰ ਉਹ ਖਰਚਾ ਵੱਧਦਾ ਹੀ ਜਾਂਦਾ। ਤਿਆਰੀ ਕਿਸੇ ਥਾਂ ਤੱਕ ਅੱਪੜਨ ਦੀ ਕੀਤੀ ਜਾਂਦੀ ਆ ਤੇ ਅੱਪੜ ਕਿਤੇ ਦਾ ਕਿਤੇ ਜਾਈਦਾ ਨਹੀਂ। ਭਾਈ ਜੀ ਨਾ ਆਪਣੇ ਵਿੱਤੋਂ ਵਧਣ ਵਾਲੇ ਹਨ, ਨਾ ਹੀ ਕਿਸੇ ਰਾਜ ਮਿਸਤਰੀ ਜਾਂ ਲੋਕਾਂ ਦੀ ਵਾਹ ਵਾਹ ਤੋਂ ਚੁੱਕੇ ਜਾਣ ਵਾਲੇ ਹਨ। ਭਾਈ ਸਾਹਿਬ ਇਹ ਨਹੀਂ ਚਾਹੁੰਦੇ ਵੀ ਮੈਂ ਘਰ ਨੂੰ ਇਹੋ ਜਿਹੇ ਸ਼ੀਸ਼ੇ ਲਾ ਦਿਆਂ, ਐਵੇਂ ਦਾ ਬਣਾ ਦਿਆਂ ਵੀ ਲੋਕੀ ਸਿਫਤ ਕਰਨ। ਇਹ ਨਹੀਂ। ਫਿਰ ਕੀ ਗੱਲ ਹੋਈ ਕਿ ਭਾਈ ਜੀ ਨੇ ਇਤਨਾ ਧਨ ਖਰਚ ਕਰ ਦਿੱਤਾ ਔਰ ਐਡੀ ਪੱਕੀ ਸੋਹਣੀ ਇਮਾਰਤ ਬਣਾ ਲਈ। ਫਿਰ ਇੱਦਾਂ ਕਿਉਂ ਕੀਤਾ? ਕਿਆ ਅਗਿਆਨ ਪੈ ਗਿਆ ਹੈ ਕਿ ਅਸੀਂ ਸਦਾ ਥਿਰ ਰਹਿਣਾ ਹੈ? ਕਿ ਭਾਈ ਸਾਈਂ ਦਾਸ ਜੀ ਨੂੰ ਭੁਲੇਖਾ ਪੈ ਗਿਆ ਤਾਂ ਕਰਕੇ ਇੰਨਾ ਵਧੀਆ ਮਜ਼ਬੂਤ ਪੱਕਾ ਘਰ ਬਣਾ ਲਿਆ? ਨਹੀਂ, ਇਹ ਨਹੀਂ ਹੋਇਆ। ਭਾਈ ਜੀ ਜਾਣਦੇ ਹਨ ਘਰ ਛੱਡਣੇ ਰਹਿ ਨਾ ਕੋਈ, ਵੀ ਭਾਈ ਜਿੰਨਾ ਮਰਜ਼ੀ ਪੱਕਾ ਵਧੀਆ ਘਰ ਬਣਾ ਲਓ, ਇਸ ਘਰ ਨੂੰ ਛੱਡ ਕੇ ਜਾਣਾ ਹੀ ਪੈਣਾ, ਰਹਿਣਾ ਨਹੀਂ ਵਿੱਚ। ਉਹਨਾਂ ਦਾ ਤਾਂ ਹਿਰਦਾ ਹਰ ਵੇਲੇ ਉਹਨਾਂ ਨੂੰ ਯਾਦ ਕਰਾਉਣ ਵਾਲਾ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ, ਸਾਈਂ ਜਾਏ ਸਮਾਲ, ਜਿੱਥੇ ਹੀ ਤੋ ਵੰਝਣਾ। ਉਹਨਾਂ ਦੇ ਅੰਦਰੋਂ ਤਾਂ ਇੱਦਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਐਵੇਂ ਧਨ ਮਾਲ ਪਦਾਰਥ ਘਰ ਦੇ ਨਾਲ ਨਾ ਮੋਹ ਪਾ ਕੇ ਬਹਿ ਜਾਈ। ਇਹ ਸਾਰਾ ਕੁਝ ਇੱਥੇ ਛੱਡ ਕੇ ਜਾਣਾ। ਜਿੱਥੇ ਜਾਣਾ ਨਾ ਸ਼ਮਸ਼ਾਨ ਘਾਟ 'ਚ, ਉੱਧਰ ਦਾ ਵੀ ਧਿਆਨ ਕਰਿਆ ਕਰ। ਇਹ ਨਹੀਂ ਵੀ ਸ਼ਮਸ਼ਾਨ ਘਾਟ 'ਚ ਜਾਣਾ, ਸਰੀਰ ਹੀ ਉੱਥੇ ਰਹਿਣਾ, ਬਾਕੀ ਤਾਂ ਪਤਾ ਨਹੀਂ ਕਿੱਧਰ ਦਾ ਕਿੱਧਰ ਚਲਿਆ ਜਾਣਾ। ਭਾਈ ਜੀ ਗਿਆਨਵਾਨ ਹਨ, ਉਹ ਕਦੇ ਭੁੱਲਣ ਵਾਲੇ ਨਹੀਂ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀਅਸ, ਤਿਸ ਕੰਤ ਨਾ ਬੈਠੀ ਪਾਸ ਜੀਓ। ਇਹ ਜਿਹੜੀ ਬਾਣੀ ਦੀਆਂ ਪੰਕਤੀਆਂ ਨੇ ਨਾ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆ। ਉਸ ਬਾਣੀ ਦਾ ਨਾਮ ਆ ਕੁਚੱਜੀ, ਇੱਕ ਬਾਣੀ ਦਾ ਨਾਮ ਆ ਸੁਚੱਜੀ, ਇੱਕ ਬਾਣੀ ਦਾ ਨਾਮ ਆ ਗੁਣਵੰਤੀ। ਜਿਹੜੀ ਕੁਚੱਜੀ ਜੀਵ ਰੂਪੀ ਇਸਤਰੀ ਆ, ਉਹ ਆਪਣਾ ਸਾਰਾ ਧਿਆਨ ਬਸ ਘਰ 'ਤੇ ਹੀ ਲਾ ਦਿੰਦੀ ਆ। ਮੰਦਰ ਮਿੱਟੀ ਸੰਧੜੇ, ਪੱਥਰ ਕੀਤੇ ਰਾਸ ਜੀਓ, ਬਸ ਉਹਦੇ ਵਿੱਚ ਹੀ ਖਚਤ ਹੋ ਕੇ ਰਹਿ ਜਾਂਦੀ। ਉਹ ਸਾਰਾ ਦਿਨ ਸਾਰੀ ਜ਼ਿੰਦਗੀ ਬਸ ਘਰ ਬਾਰੇ ਸੋਚਦੀ ਰਹਿੰਦੀ, ਘਰ ਨੂੰ ਹੀ ਸਾਂਭਣਾ ਸਵਾਰਨਾ ਬਣਾਉਣਾ। ਹੋਰ ਉਹਨੂੰ ਪਤਾ ਹੀ ਕੁਛ ਨਹੀਂ ਵੀ ਕੁਝ ਹੋਰ ਵੀ ਆ, ਰੱਬ ਜੀ ਦਾ ਨਾਮ ਜਪਣਾ, ਬਾਣੀ ਪੜ੍ਹਨੀ, ਗੁਰਬਾਣੀ ਨੂੰ ਸਮਝਣਾ। ਇਹ ਉਪਦੇਸ਼, ਇਹ ਚੇਤਾਵਨੀ ਉਹਨਾਂ ਦੇ ਹਿਰਦੇ 'ਤੇ ਲਿਖੀ ਪਈ ਹੈ। ਉਹਨਾਂ ਦੇ ਹਿਰਦੇ ਪਰ ਵੈਰਾਗ ਵਸਦਾ ਹੈ। ਉਹ ਦੇਖਦੇ ਹਨ ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰਿੰਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਗੋਰੀ ਦਾ ਅਰਥ ਹੁੰਦਾ ਗੋਰ, ਗੋਰ ਦਾ ਅਰਥ ਹੁੰਦਾ ਕਬਰ। ਅਨੇਕਾਂ ਹੀ ਲੋਕ ਜਿਹੜੇ ਕੋਠੇ ਮੰਡਪ ਮਾੜੀਆਂ ਮਹੱਲ ਬਣਾਉਂਦੇ ਮਰ ਗਏ। ਰਹਿ ਸਾਰਾ ਕੁਝ ਇੱਥੇ ਗਿਆ,
झूठा सौदा करके संसार तो तुरदे बने। तो साध संगत जी ये गुरमुख प्यारे हैं भाई साईं दास जी, ये तो सब कुछ जानते हैं। इस वास्ते गुरमुख प्यारिओ वो आप उपदेश करया करदे हो ते संगत नूं समझाउंदे ने। फरीदा कोठे मंडप माड़ियां एत न लाए चित, मिट्टी पई अतोलवी कोई ना होसी मित। वो तो आप संगत नूं समझाउंदे भी एवें कोठे मंदिर महल माड़ियां इन्हां विच चित ना जोड़ो। ਇਹੋ जी थां जाके कबर दे विच पै जाओगे जिथे मना मूही अतोल भी मिट्टी तुहाडे उत्ते पई रवेगी। उन्हां कबीर कोठे मंडप हेत कर, काहे मरो सवार, कारज साडे तीन हथ, घनी तां पौने चार। इन्ने वड्डे वड्डे मंदिर महल माड़ियां कोठियां उसारदा रहिंदा है, सवार सवार के मर जांदा, रहना तैनूं विच तां भी नहीं मिलदा। असल दे विच तां तेरी जिहड़ी थां वा वो बस 4 क गिट्ठां ही आ, जिहदे विच तैनूं सारे नूं इकट्ठा करके ढेरी ला दिंदे साड़ के स्वाह दी। बस तेरा इन्ना की थां वा, वो भी बाद च चुक के अगे 2 ऑप्शन ने, जां ते पानी च रोड़ दिओ जिथे भी पानी वगदा। रहत मर्यादा विच लिखिया वा जेड़े सिख ने इन्हां नूं फुੱਲ चुगने नहीं चाहिए। अस्थियां दे समेत राख नूं सवाह नूं हड्डियां दे समेत इकट्ठी करके अगे 2 काम आ, जिथे भी पानी वगदा उत्थे पानी विच रोड़ दिओ। जरूरी नहीं भी कीरतपुर हरद्वार हरी के पतन किते खास थां ते लैके जाना, उत्थे जाके शायद मुक्ति हो जानी आ, किते भी पानी च रोड़ दिओ। दूसरा तरीका यह आ मिट्टी पुट के उहदे विच नप के उत्ते मिट्टी पा दिओ, कोई यादगार नहीं बनाउणी, बस खत्म, इन्नी कहानी आ। कबीर कोठे मंडप हेत कर, काहे मरो सवार, कारज साडे तीन हथ, घनी तां पौने चार। भाई जी महलों के प्यारिਆਂ ਨੂੰ इन्हां दा अंत दस्या करते से। फरीदा महल निसखन रह गए, वासा आया तल, गोरा से निमानिया, बहसन रूहां मल। ऐसे ज्ञान भंडार भाई जी, ऐसे वैराग मूर्त संत जन, या डेरा को श्रम कर घालै, जां का तसू नहीं संग चालै। ये भुलेखे विच किकू पै गए। आओ रता वेखीए। दिसण नूं तां इहो दीदा है कि वो भाई साईं दास जी जो घ्यो दा कूपा रुड़ जाए तां परवाह ना करन। हुण एक एक जोड़ी दे फुੱਲ पत्तर आप कढवाउंदे हन, मानो घर ही सब कुछ है। ये की हो गया? हुण भाई साहब जोड़ी का मतलब दरवाजे की जोड़ी, वो दरवाजे दीयां जोड़ियां बनवा रहे ने। उन्हां दे उत्ते लक्कड़ वाले मिस्त्री नूं कह के आप उत्ते डिजाइनिंग करवाउंदे आ, फुੱਲ पत्तर आप वेल बूटे पर पवाउंदे आ। वो संगत नूं ते समझाउंदे सी भी सब कुछ इत्थे छड्ड जाना, कुछ नहीं नाल जाना। ये की हुण हो गया? मानो घर ही सब कुछ है। उन्हां दी करनी तां कुछ नहीं दस सकदी, पर नेत्रां दे हंझू कुछ पता देंदे हन। मैल उसरदे विच चेहरा तां सदा प्रसन्न है, पर हंकारियां वाली टपार नहीं, हौका ते हंझू हन। कदे कदे रसना भी कुछ कहती है। देखिए जानी जान प्यारे जी, आप मालक हो, ये पुन पदार्थ तेरा ही है, मैं तो एक सेवक ही हाँ, कदे मैं अभाग इस जोग। इदां दे कुछ वाजे कन्नी पैंदे हन। आओ गुरमुख प्यारे जी दे हिरदे मंडल विच चल के वेखीए, उत्थे तां होर ही आनंद खिड़ रहा है। ये महल साईं दास अपने लिए नहीं बना रहा, ये तां सतगुरां लई मंदिर बन रहा है। साईं दास तां आप नूं पंख परौणी जाणदा है। पंछियां लई आलणे हुंदे ने, कौन पक्के मंदिर बनाउंदा है? जिद्दां गुरु के अमृतसर विच अपने प्यारे अकाल पुरख की याद दा उस देश काल तो रहत
वाहिगुरु दे सिमरन का मंदिर उसारिया सी, पर वैराग ते प्रेम भरे सजल नेत्रां की यात्रा करते हुंदे से। उस तरह प्यारे गुरु के चरण पाण लई भाई साईं दास जी महल बना रहे हैं। भाई साईं दास जी इस मंदिर वाल, इस महल वाल इन्ना ज़्यादा ध्यान क्यों देंदे ने? क्योंकि उन्होंने फुरना वा भी इस घर दे विच, इस महल दे विच श्री गुरु हरगोबिंद साहिब जी महाराज ने आन के वसना है। वो कोई अपने वास्ते नहीं बना रहे, आप तो उन्होंने सोची आ भी इतों सब कुछ छड्ड के चले जाना। उन्होंने दिल विच ये इच्छा है भी इस मंदिर विच श्री गुरु हरगोबिंद साहिब जी महाराज ने चरण पाने ने, उन्होंने परिवार ने आन के वसना। ता करके एक कल्ली कल्ली चीज़ वाल ध्यान देंदे ने। जिवें आपां हुणे पढ़िया भी दरवाज़ियां दे उत्ते जिहड़े बूटे पाए जा रहे, जिहड़े विचों लक्कड़ दे विचों फुੱਲ तराश के कढ़े जा रहे, उन्हां वल भी ध्यान देंदे ने भी किसी चीज़ की कोई कमी पेशी रह ना जाए। इस तरह साध संगत जी भाई साईं दास जी के घर की उसारी हो रही है। घर सारा बन गया, उहदे विच वासा कीता ही ना, उहदे विच परिवार रहा ही ना। ये कथा विचार आप संगतां आने वाले समय में सरवण करोगे। अज दे वक्त इतनियां बेनतियां प्रवान करनियां जी, होइयां भुलां गलतियां दी मुआफ़ी